ਸਤਿ ਸ੍ਰੀ ਅਕਾਲ। ਸਾਹਿਤਕ ਸੱਤ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਗੁਰੂ ਅੰਗਦ ਦੇਵ ਜੀ ਦੇ ਕੁਝ ਸ਼ਲੋਕ ਭਾਗ 2 ਤਹਿਤ ਸ਼ਾਮਿਲ ਕੀਤੇ ਹਨ, ਜਿਨ੍ਹਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਗੁਰੂ ਅੰਗਦ ਦੇਵ ਜੀ ਨੇ ਇਹਨਾਂ ਸ਼ਲੋਕਾਂ ਦੇ ਵਿੱਚ ਮਨੁੱਖ ਨੂੰ ਪ੍ਰੇਰਣਾ ਦਿੰਦੇ ਹੋਏ, ਸਮਝਾਉਂਦੇ ਹੋਏ, ਸਿੱਖਿਆ ਦਿੰਦੇ ਹੋਏ ਫਰਮਾਇਆ ਹੈ ਕਿ ਹੇ ਜੀਵ, ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਿ ਹੇ ਮਨੁੱਖ, ਇਹ ਜੋ ਜਗ ਰੂਪੀ ਸਰੀਰ ਜੋ ਹੈ ਤੇਰਾ, ਇਹ ਸਰੀਰ ਜੋ ਹੈ, ਇਸ ਦੇ ਅੰਦਰ ਹਿਰਦੇ ਦੇ ਵਿੱਚ ਉਸ ਇਲਾਹੀ ਜੋਤ ਦਾ ਆਤਮਾ ਦੇ ਰੂਪ ਦੇ ਵਿੱਚ ਵਾਸ ਹੈ। ਇਹ ਸਰੀਰ ਜੋ ਹੈ ਤੇਰੀ ਕੋਠੜੀ ਹੈ, ਜਿਸ ਦੇ ਵਿੱਚ ਆਤਮਾ ਜੋ ਹੈ, ਸੱਚੇ ਸੁੱਚੇ ਮਨੁੱਖ ਦੀ ਸੱਚੀ ਸੁੱਚੀ ਆਤਮਾ ਜੋ ਹੈ, ਉਸ ਦੇ ਅੰਦਰ ਉਸੇ ਪਰਮ ਪਿਤਾ ਪਰਮਾਤਮਾ ਦਾ ਇਲਾਹੀ ਜੋਤ ਦਾ ਵਾਸ ਹੁੰਦਾ ਹੈ। ਭਾਵ ਜੋ ਮਨੁੱਖ ਜੋ ਹੈ ਇਸ ਸੰਸਾਰ 'ਤੇ ਰਹਿੰਦਿਆਂ ਹੋਇਆਂ ਚੰਗੇ ਕਰਮ ਕਰਦਾ ਹੈ, ਸ਼ੁਭ ਕਰਮ ਕਰਦਾ ਹੈ, ਜਿਸ ਦੀ ਸੋਚ ਹਾਂ ਪੱਖੀ ਹੁੰਦੀ ਹੈ, ਸਮਾਜ ਕਲਿਆਣ ਬਾਰੇ ਸੋਚਦਾ ਹੈ, ਮਨੁੱਖਤਾ ਦੇ ਭਲੇ ਬਾਰੇ ਸੋਚਦਾ ਹੈ, ਪਰ ਤੋਂ ਉੱਠ ਕੇ, ਨਿਜ ਤੋਂ ਉੱਠ ਕੇ ਜਿਸ ਦੀ ਸੋਚ ਪਰ ਤੱਕ ਜਾਂਦੀ ਹੈ। ਭਾਵ ਉਹ ਆਪਣੇ ਬਾਰੇ ਨਹੀਂ ਬਲਕਿ ਦੂਜਿਆਂ ਦੇ, ਲੋਕਾਈ ਦੇ ਭਲੇ ਬਾਰੇ ਸੋਚਦਾ ਹੈ। ਅਜਿਹਾ ਮਨੁੱਖ ਜੋ ਹੈ, ਉਸ ਦੀ ਆਤਮਾ ਇੰਨੀ ਪਵਿੱਤਰ ਹੋ ਜਾਂਦੀ ਹੈ ਕਿ ਉਸ ਦੇ ਅੰਦਰ ਆਤਮਾ ਦੇ ਰੂਪ ਦੇ ਵਿੱਚ ਉਸ ਪਰਮਾਤਮਾ ਦਾ ਵਾਸ ਹੁੰਦਾ ਹੈ। ਇੱਕ ਨਾ ਹੁਕਮ ਸਮਾਏ ਲਏ, ਅਤੇ ਇਹ ਹੁੰਦਾ ਜੋ ਹੈ ਉਸ ਇਲਾਹੀ ਜੋਤ ਦੇ ਹੁਕਮ ਸਦਕਾ ਹੈ, ਕਿਉਂਕਿ ਕਈ ਜੀਵ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਉੱਤੇ ਪਰਮਾਤਮਾ ਅਜਿਹੀ ਰਹਿਮਤ ਕਰਦਾ ਹੈ ਕਿ ਉਹ ਇਸ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਚੰਗੇ ਕਰਮਾਂ ਵਾਲੇ ਪਾਸੇ ਲਾ ਦਿੰਦੇ ਹਨ। ਅਜਿਹੇ ਵਡਭਾਗੀ ਜੀਵ ਹੁੰਦੇ ਹਨ, ਉਹਨਾਂ ਨੂੰ ਆਪਣੇ ਜੋ ਹੈ ਮਿਹਰ ਸਦਕਾ, ਆਪਣੀ ਰਹਿਮਤ ਸਦਕਾ ਹੈ, ਆਪਣੇ ਦਿਲ ਨਾਲ ਲਾਉਂਦਾ ਹੈ, ਭਾਵ ਆਪਣੇ ਕਰੀਬ, ਆਪਣੇ ਵਿੱਚ ਸਮਾ ਲੈਂਦਾ ਹੈ। ਕਿਉਂਕਿ ਅਜਿਹੇ ਸ਼ਖਸ ਹੀ ਜੋ ਹਨ ਆਪਣੇ ਕਰਮਾਂ ਦੀ ਬਦੌਲਤ ਉਸ ਦਰਗਾਹੀ ਇਲਾਹੀ ਜੋਤ ਦੀ ਨਜ਼ਦੀਕੀ ਨੇੜਤਾ ਪ੍ਰਾਪਤ ਕਰ ਜਾਂਦੇ ਹਨ। ਇੱਕ ਨਾ ਹੁਕਮ ਕਰੇ ਵਿਨਾਸ਼। ਅਤੇ ਕੁਝ ਜੀਵ ਅਜਿਹੇ ਹੁੰਦੇ ਹਨ ਜੋ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਨਿੱਜ ਬਾਰੇ ਸੋਚਦੇ ਹਨ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰ ਬਾਰੇ ਜੋ ਹੈ, ਸਮਾਜ ਬਾਰੇ ਜਾਂ ਪਰ ਉਪਕਾਰ ਬਾਰੇ ਸੋਚਣ ਦੇ ਕਦੀ ਭਾਵ ਪੈਦਾ ਨਹੀਂ ਹੁੰਦੇ। ਉਹ ਜੀਵ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਵੀ ਕਰਮ ਕਰਦੇ ਹਨ, ਸਿਰਫ ਸਵਾਰਥ ਦੇ ਲਈ, ਆਪਣੇ ਹਿੱਤ ਦੇ ਲਈ ਕਰਦੇ ਹਨ, ਅਤੇ ਇੰਨੀਆਂ ਦੌਲਤਾਂ ਉਸਾਰ ਲੈਂਦੇ ਹਨ, ਇੰਨੀਆਂ ਪ੍ਰਾਪਤੀਆਂ ਕਰ ਲੈਂਦੇ ਹਨ, ਪਦਾਰਥਕ ਖੁਸ਼ਹਾਲੀਆਂ ਇਕੱਠੀਆਂ ਕਰ ਲੈਂਦੇ ਹਨ, ਔਰ ਉਹਨਾਂ ਦੇ ਦੀਆਂ ਪ੍ਰਾਪਤੀਆਂ ਹੀ ਜੋ ਹਨ ਉਹਨਾਂ ਦੇ ਹੰਕਾਰ ਦਾ ਕਾਰਨ ਬਣਦੀਆਂ ਹਨ। ਅਤੇ ਇਸ ਤਰ੍ਹਾਂ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਹਉਮੈ ਗ੍ਰਸਤ ਹੋ ਕੇ ਵਿਨਾਸ਼ ਹੋ ਜਾਂਦਾ ਹੈ। ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਕਿਉਂਕਿ ਜਿਸ ਜੀਵ ਦੇ ਹਿਰਦੇ ਦੇ ਵਿੱਚ ਹੰਕਾਰ ਆ ਜਾਏਗਾ, ਅਤੇ ਕੁਦਰਤੀ ਗੱਲ ਹੈ ਕਿ ਉਸ ਦਾ ਵਿਨਾਸ਼ ਜੋ ਹੈ ਹੋਣਾ ਨਿਸ਼ਚਿਤ ਹੀ ਹੈ। ਇੱਕ ਨਾ ਭਾਣੈ ਕੱਢ ਲਏ, ਜਿਹੜੇ ਜੀਵ ਜੋ ਹਨ ਆਪਣੀ ਆਤਮਾ ਦੀ ਆਵਾਜ਼ ਸੁਣਦਿਆਂ ਹੋਇਆਂ ਚੰਗੇ ਕਰਮ ਕਰਦੇ ਹਨ, ਮਿਹਨਤ 'ਤੇ ਵਿਸ਼ਵਾਸ ਰੱਖਦੇ ਹਨ, ਜਿਨ੍ਹਾਂ ਦੀ ਸੋਚ ਜਾਂ ਨਜ਼ਰੀਆ ਜੋ ਹੈ ਹਾਂ ਪੱਖੀ ਹੈ, ਉਹ ਮਨੁੱਖਤਾ ਦੇ ਭਲੇ ਲਈ, ਲੋਕਾਈ ਦੇ ਭਲੇ ਲਈ ਸੋਚਦੇ ਹਨ, ਆਪਣੀ ਮਨੁੱਖ ਹੋਣ ਦਾ ਫਰਜ਼ ਅਦਾ ਕਰਦੇ ਹਨ। ਅਜਿਹੇ ਜੀਵਾਂ ਦੇ ਉੱਤੇ ਜੋ ਹੈ ਆਪਣੀ ਆਤਮਾ ਦੀ ਆਵਾਜ਼ ਸੁਣਨ ਸਦਕਾ ਉਸ ਇਲਾਹੀ ਜੋਤ ਦੀ ਵੀ ਇੰਨੀ ਰਹਿਮਤ ਹੁੰਦੀ ਹੈ ਕਿ ਉਹਨਾਂ ਦਾ ਹਰ ਭਾਣੇ ਦੇ ਵਿੱਚ, ਹਰ ਮੁਸੀਬਤ ਦੇ ਵਿੱਚ ਉਹ ਸਹਾਈ ਹੁੰਦਾ ਹੈ। ਇੱਕ ਨਾ ਮਾਇਆ ਵਿੱਚ ਨਿਵਾਸ। ਅਤੇ ਕਈ ਅਜਿਹੇ ਜੀਵ ਹੁੰਦੇ ਹਨ ਜਿਨ੍ਹਾਂ ਦੇ ਕੋਲ ਦੁਨਿਆਵੀ ਪ੍ਰਾਪਤੀਆਂ ਬਹੁਤ ਹੋ ਜਾਂਦੀਆਂ ਹਨ, ਔਰ ਇਹਨਾਂ ਦਾ ਪ੍ਰਾਪਤੀਆਂ ਦਾ ਹੀ ਜੀਵ ਨੂੰ ਜਦੋਂ ਗੁਮਾਨ ਹੋ ਜਾਂਦਾ ਹੈ, ਹੰਕਾਰ ਹੋ ਜਾਂਦਾ ਹੈ, ਹਉਮੈ ਜਿਸ ਦੇ ਹਿਰਦੇ ਵਿੱਚ ਆ ਜਾਂਦੀ ਹੈ, ਮੋਹ ਮਾਇਆ ਦੇ ਬੰਧਨਾਂ ਦੇ ਵਿੱਚ ਗ੍ਰਸ ਕੇ ਉਹ ਸਵਾਰਥੀ ਹੋ ਕੇ ਨਿੱਜ ਬਾਰੇ ਸੋਚਦਾ ਹੈ। ਅਜਿਹੇ ਜੀਵ ਜੋ ਹਨ ਆਪਣੀ ਇਸੇ ਬਿਰਤੀ ਸਦਕਾ ਹੀ ਆਪਣਾ ਵਿਨਾਸ਼ ਕਰ ਲੈਂਦੇ ਹਨ। ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਕਿਉਂਕਿ ਇਹ ਆਪਣੇ ਕਰਮਾਂ ਸਦਕਾ ਹੀ ਪ੍ਰਭੂ ਦੀ ਰਹਿਮਤ, ਪਰਮਾਤਮਾ ਦੀ ਰਹਿਮਤ ਪ੍ਰਾਪਤ ਕਰ ਲੈਂਦਾ ਹੈ। ਜੀਵ ਅਜਿਹੇ ਜੀਵਾਂ ਦਾ ਉਹ ਸਹਾਰਾ ਬਣ ਜਾਂਦਾ ਹੈ, ਧਿਰ ਬਣ ਜਾਂਦਾ ਹੈ, ਉਹਨਾਂ ਦੀ ਢੋਈ ਹੋ ਜਾਂਦੀ ਹੈ। ਅਤੇ ਇੱਕ ਜੀਵ ਜੋ ਹਨ ਆਪਣੇ ਮੰਦੇ ਕਰਮਾਂ ਸਦਕਾ ਹੀ ਮੋਹ ਮਾਇਆ ਦੇ ਚੱਕਰਾਂ ਦੇ ਵਿੱਚ ਫਸੇ ਰਹਿੰਦੇ ਹਨ, ਗ੍ਰਸੇ ਰਹਿੰਦੇ ਹਨ। ਇਹ ਵੀ ਆਖੈ ਨਾ ਜਾ ਪਈ
ਇਹ ਵੀ ਆਖ ਨਾ ਜਾਪਈ ਜੇ ਕਿਸੇ ਆਣੈ ਰਾਸ। ਤੇ ਇਹ ਵੀ ਮਨੁੱਖ ਜੋ ਹੈ ਸੋਚ ਨਹੀਂ ਸਕਦਾ, ਉਸ ਦੀ ਬੁੱਧੀ ਤੋਂ ਬਾਹਰ ਦੀ ਗੱਲ ਹੈ ਕਿ ਉਸ ਨੂੰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਿਸ ਢੰਗ ਦਾ ਕੰਮ ਜੋ ਹੈ ਰਾਸ ਆ ਜਾਣਾ ਹੈ, ਵਿਧੀ ਦੇ ਨਾਲ ਉਸ ਦਾ ਬੇੜਾ ਪਾਰ ਹੋ ਜਾਣਾ ਹੈ ਇਸ ਸੰਸਾਰ ਤੋਂ। ਇਸ ਬਾਰੇ ਮਨੁੱਖ ਦੀ ਸਮਝ ਜਾਂ ਬੁੱਧੀ ਜੋ ਹੈ ਸੋਚਣ ਤੋਂ ਅਸਮਰਥ ਹੈ। ਮਨੁੱਖ ਜੋ ਹੈ ਇਸ ਗੱਲ ਦਾ ਕਿਆਸ ਲਾ ਹੀ ਨਹੀਂ ਸਕਦਾ ਕਿ ਪ੍ਰਭੂ ਦੀ ਕਿਸ ਉਸ ਦੇ ਮਨੁੱਖ ਦੁਆਰਾ ਕੀਤੇ ਗਏ ਕਿਸ ਕੰਮ ਸਦਕਾ ਪ੍ਰਭੂ ਦੀ ਮਿਹਰ ਉਸ 'ਤੇ ਹੋ ਜਾਣੀ ਹੈ। ਵਾਸਤਵ ਦੇ ਵਿੱਚ ਉਹ ਕੰਮ ਕਿਹੜੇ ਹਨ ਜਿਹੜੇ ਉਹ ਪਰ ਤੋਂ ਨਿੱਜ ਤੋਂ ਉੱਠ ਕੇ ਪਰ ਬਾਰੇ ਸੋਚਣ ਸਦਕਾ ਉਸ ਦੇ ਹੱਥੀਂ ਹੁੰਦੇ ਹਨ। ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ। ਔਰ ਨਿੱਜ ਤੋਂ ਉੱਠ ਕੇ ਪਰ ਬਾਰੇ ਸੋਚਣ ਦੀ ਸੂਝ, ਸ਼ਕਤੀ ਜਾਂ ਸਮਝ ਮਨੁੱਖ ਦੇ ਅੰਦਰ ਕਿਵੇਂ ਹੁੰਦੀ ਹੈ? ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ। ਗੁਰੂ ਨਾਨਕ ਸਵਰੂਪ ਗੁਰੂ ਅੰਗਦ ਦੇਵ ਜੀ ਫਰਮਾ ਰਹੇ ਨੇ ਕਿ ਉਹ ਗੁਰਮੁਖ, ਗੁਰੂ ਤੋਂ ਸਿੱਖਿਆ ਗ੍ਰਹਿਣ ਕਰਨ ਵਾਲੇ ਵਡਭਾਗੀ ਮਨੁੱਖ ਜਾ ਕੋ ਆਪ ਕਰੇ ਪ੍ਰਗਾਸ, ਜਿਨ੍ਹਾਂ ਨੇ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕਿਸੇ ਚੰਗੇ ਗੁਰੂ ਨੂੰ ਧਾਰਨ ਕੀਤਾ ਹੈ ਅਤੇ ਉਸ ਗੁਰੂ ਦੀਆਂ ਸਿੱਖਿਆਵਾਂ 'ਤੇ ਅਮਲ ਕਰਦਿਆਂ ਹੋਇਆਂ ਆਪਣੇ ਹਿਰਦੇ ਦੇ ਵਿੱਚ ਗਿਆਨ ਰੂਪੀ ਚਾਨਣ ਨੂੰ ਜੋ ਹੈ ਵਸਾ ਲਿਆ ਹੈ। ਅਜਿਹੇ ਜੀਵਾਂ ਦੇ ਉੱਤੇ ਪ੍ਰਭੂ ਦੀ ਬੜੀ ਰਹਿਮਤ ਹੁੰਦੀ ਹੈ। ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ। ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਿਹੜਾ ਮਨੁੱਖ ਜੋ ਹੈ ਚੰਗਿਆਈਆਂ ਦਾ ਭਾਗੀ ਬਣ ਸਕਦਾ ਹੈ, ਜਿਸ ਦੇ ਉੱਪਰ ਗੁਰੂ ਦੀ ਰਹਿਮਤ ਹੁੰਦੀ ਹੈ। ਜਿਹੜਾ ਗੁਰਮੁਖ ਹੁੰਦਾ ਹੈ ਭਾਵ ਗੁਰੂ ਦੀਆਂ ਸਿੱਖਿਆਵਾਂ 'ਤੇ ਅਮਲ ਕਰਨ ਵਾਲਾ ਹੁੰਦਾ ਹੈ। ਅਤੇ ਗੁਰਮੁਖ ਇਨਸਾਨ ਬਣਨ ਦੀ ਪ੍ਰੇਰਨਾ ਉਸ ਨੂੰ ਕਿਸ ਤਰ੍ਹਾਂ ਮਿਲਦੀ ਹੈ? ਜਾ ਕੋ ਆਪ ਕਰੇ ਪ੍ਰਗਾਸ, ਜਿਸ ਦੇ ਹਿਰਦੇ ਦੇ ਵਿੱਚ ਗਿਆਨ ਰੂਪੀ ਚਾਨਣ ਹੋ ਜਾਂਦਾ ਹੈ। ਇਸ ਤੋਂ ਅਗਲੇ ਪੈਰਾਗ੍ਰਾਫ ਦੇ ਵਿੱਚ, ਅਗਲੇ ਕਾਵਿ ਦੇ ਵਿੱਚ, ਅਗਲੇ ਸ਼ਲੋਕ ਦੇ ਵਿੱਚ ਗੁਰੂਦੇਵ ਫਰਮਾ ਰਹੇ ਹਨ ਕਿ ਸਾਵਣ ਆਇਆ ਹੇ ਸਖੀ ਕੰਤੈ ਚਿੱਤ ਕਰੇ। ਕਿ ਹੇ ਜੀਵ ਰੂਪੀ ਇਸਤਰੀ, ਇਹ ਸਾਵਣ ਆਇਆ ਹੇ ਸਖੀ, ਹੇ ਜੀਵ ਰੂਪੀ ਸਖੀਓ, ਸਹੇਲੀਓ, ਇਸਤਰੀਓ, ਇਹ ਸਾਵਣ ਦਾ ਮਹੀਨਾ ਜੋ ਹੈ ਬੜਾ ਹਰਿਆਵਲਾ ਹੈ, ਬੜਾ ਖੁਸ਼ੀਆਂ ਅਤੇ ਆਨੰਦ ਦੀ ਬਖਸ਼ਿਸ਼ ਕਰਨ ਵਾਲਾ ਹੈ। ਇਸ ਮਹੀਨੇ ਦੇ ਵਿੱਚ ਕੰਤੈ ਚਿੱਤ ਕਰੇ ਹੋ, ਉਸ ਪ੍ਰਭੂ ਰੂਪੀ ਕੰਤ ਨੂੰ, ਪ੍ਰਭੂ ਰੂਪੀ ਪਤੀ ਰੂਪੀ ਪਰਮਾਤਮਾ ਨੂੰ ਜੋ ਹੈ ਸਿਮਰ, ਯਾਦ ਕਰ, ਅਰਾਧ। ਸਾਵਨ ਆਇਆ ਹੇ ਸਖੀ ਕੰਤੈ ਚਿੱਤ ਕਰੇ ਭਾਵ ਹੇ ਜੀਵ ਰੂਪੀ ਇਸਤਰੀ, ਇਸ ਮਨੁੱਖਾ ਦੇਹ ਦੀ ਪ੍ਰਾਪਤੀ ਜੋ ਹੈ, ਕਿਉਂਕਿ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ 84 ਲੱਖ ਜੂਨਾਂ ਦੀ ਭਟਕਣ ਤੋਂ ਬਾਅਦ ਜੋ ਹੈ ਮਨੁੱਖ ਨੂੰ ਮਨੁੱਖਾ ਦੇਹ ਪ੍ਰਾਪਤ ਹੁੰਦੀ ਹੈ। ਇਸ ਲਈ ਗੁਰੂਦੇਵ ਫਰਮਾ ਰਹੇ ਹਨ ਕਿ ਇਹ ਮਨੁੱਖਾ ਦੇਹ ਜੋ ਹੈ ਤੇਰੀ, ਇਹ ਸਾਵਣ ਦੇ ਮਹੀਨੇ ਦੇ ਸਮਾਨ ਹੈ, ਜੋ ਬੜਾ ਹਰਿਆਵਲਾ ਹੈ। ਕਿਉਂਕਿ ਇਸ ਮਨੁੱਖਾ ਦੇਹ ਵਿੱਚ ਰਹਿੰਦਿਆਂ ਹੋਇਆਂ ਹੀ ਇਹ ਮਨੁੱਖ ਤੂੰ ਚੰਗੇ ਕਰਮ ਕਰ ਸਕਦਾ ਹੈ, ਕਿਉਂਕਿ ਤੇਰੇ ਕੋਲ ਬਾਕੀ 84 ਲੱਖ ਜੂਨਾਂ ਜੋ ਹਨ ਉਹਨਾਂ ਦੇ ਵਿੱਚ ਮਨੁੱਖ ਦੇ ਕੋਲ ਸੋਚਣ ਸਮਝਣ ਦੀ ਸ਼ਕਤੀ ਨਹੀਂ ਹੁੰਦੀ। ਇੱਕ ਮਨੁੱਖੀ ਜਾਮਾ ਜੋ ਹੈ ਜਾਂ ਮਨੁੱਖੀ ਜੀਵਨ ਹੈ ਜਾਂ ਮਨੁੱਖਾ ਦੇਹ ਹੈ, ਇਸ ਸਦਕਾ ਹੀ ਇਹ ਮਨੁੱਖ ਤੈਨੂੰ ਸੋਚਣ ਸਮਝਣ ਦੀ ਸ਼ਕਤੀ ਪ੍ਰਾਪਤ ਹੋਈ ਹੈ। ਨੇਕੀ ਤੇ ਬਦੀ ਦੇ ਵਿੱਚ ਅੰਤਰ ਕਰਨ ਦੀ ਤੇਰੇ ਅੰਦਰ ਸਮਰੱਥਾ ਪੈਦਾ ਹੋਈ ਹੈ। ਤੂੰ ਵਿਵੇਕ ਅਨੁਸਾਰ ਫੈਸਲਾ ਲੈ ਸਕਦਾ ਹੈ ਕਿ ਕਿਹੜੇ ਰਾਹ 'ਤੇ ਚੱਲਣਾ ਹੈ, ਕਿਹੜਾ ਤੈਨੂੰ ਸੱਚ ਦੇ ਮਾਰਗ 'ਤੇ ਲੈ ਜਾ ਸਕਦਾ ਹੈ, ਚੰਗਿਆਈ ਵਾਲੇ ਪਾਸੇ ਲੈ ਜਾ ਸਕਦਾ ਹੈ, ਔਰ ਕਿਹੜੇ ਮਾਰਗ 'ਤੇ ਚੱਲਣ ਤੋਂ ਤੂੰ ਗੁਰੇਜ਼ ਕਰਨਾ ਹੈ ਜਿਹੜਾ ਤੈਨੂੰ ਨਿਮਾਣਾ ਵੱਲ ਨੂੰ, ਰਸਾਤਲ ਵੱਲ ਨੂੰ ਲੈ ਜਾ ਸਕਦਾ ਹੈ। ਭਾਵ ਉਹ ਕਰਮ ਕਰ ਜਿਹੜੇ ਤੇਰੇ ਵਰਤਮਾਨ ਨੂੰ ਵੀ ਸਵਾਰ ਦੇਣ ਅਤੇ ਭਵਿੱਖ ਵੀ ਤੇਰਾ ਸੁਨਹਿਰੀ ਹੋ ਜਾਵੇ। ਔਰ ਇਹ ਕੰਮ ਕਿਸ ਤਰ੍ਹਾਂ ਹੋਣਗੇ? ਜੇਕਰ ਤੂੰ ਵਰਤਮਾਨ ਨੂੰ ਸਹੀ ਪਾਸੇ ਲਾਏਗਾ, ਲੇਖੇ ਲਾਏਗਾ, ਹੱਥੀਂ ਕਰਮ ਕਰਨ 'ਤੇ, ਮਿਹਨਤ ਕਰਨ 'ਤੇ ਵਿਸ਼ਵਾਸ ਰੱਖੇਗਾ, ਔਰ ਹਿਰਦੇ ਦੇ ਵਿੱਚ ਜੋ ਹੈ ਦਿਆਲੁਤਾ ਦੇ ਭਾਵ ਤੇਰੇ ਕਾਇਮ ਹੋਣਗੇ। ਪਰ ਦੇ ਬਾਰੇ ਤੂੰ ਭਾਵ ਤੇਰੀ ਕਲਿਆਣਕਾਰੀ ਸੋਚ ਹੋਏਗੀ। ਨਾਨਕ ਝੂਰ ਮਰਹਿ ਦੁਹਾਗਣੀ ਜਿਨ ਅਵਰੀ ਲਾਗਾ ਨਿਹ। ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਗੁਰੂ ਨਾਨਕ ਸਵਰੂਪ ਗੁਰੂ ਅੰਗਦ ਦੇਵ ਜੀ ਕਹਿ ਰਹੇ ਨੇ ਕਿ ਹੇ ਮਨੁੱਖ, ਨਹੀਂ ਤਾਂ
ਜੇਕਰ ਤੂੰ ਇਸ ਮਨੁੱਖਾ ਦੇਹ ਦੇ ਵਿੱਚ ਸਾਮਨ ਰੂਪੀ ਮਨੁੱਖਾ ਦੇਹ ਰੂਪੀ ਸਾਮਨ ਦੇ ਵਿੱਚ ਜੇਕਰ ਤੂੰ ਉਸ ਪ੍ਰਭੂ ਰੂਪੀ ਪਤੀ ਨੂੰ ਨਹੀਂ ਅਰਾਧਿਆ ਜਾਂ ਚੰਗੇ ਕਰਮ ਨਹੀਂ ਕੀਤੇ, ਇਸ ਜੀਵਨ ਨੂੰ ਲੇਖੇ ਨਹੀਂ ਲਾਇਆ, ਤਾਂ ਝੂਰ ਮਰਹਿ ਦੁਹਾਗਣੀ, ਤੇਰੀ ਸਥਿਤੀ ਜਿਹੜੀ ਹੈ ਉਸ ਦੁਹਾਗਣ ਔਰਤ ਵਰਗੀ ਹੋਏਗੀ ਜਿਸ ਨੇ ਆਪਣੇ ਪ੍ਰਭੂ ਰੂਪੀ ਪਤੀ ਤੋਂ ਸਿਵਾਏ ਜੋ ਹੈ ਉਸ ਨੂੰ ਛੱਡ ਕੇ ਉਸ ਤੋਂ ਬਿਨਾਂ ਜੋ ਹੈ ਕਿਸੇ ਹੋਰ ਨੂੰ ਮਨ ਵਿੱਚ ਵਸਾਇਆ ਹੈ। ਭਾਵ ਚੰਗੇ ਕਰਮਾਂ ਨੂੰ ਛੱਡ ਕੇ ਜੋ ਹੈ ਤੂੰ ਮਾੜੇ ਕਰਮਾਂ ਨੂੰ ਜੇਕਰ ਮਨ ਵਿੱਚ ਵਸਾਇਆ ਹੈ ਤਾਂ ਤੇਰੀ ਸਥਿਤੀ ਜਿਹੜੀ ਹੈ ਦੁਹਾਗਣ ਵਰਗੀ ਹੋਵੇਗੀ, ਜਿਹੜੀ ਝੂਰਦੀ ਹੈ, ਪਛਤਾਉਂਦੀ ਹੈ ਪਰ ਕੁਝ ਹੋ ਨਹੀਂ ਸਕਦਾ। ਕਿਉਂ? ਕਿਉਂਕਿ ਜਿਨ ਅਵਰੀ ਲਾਗਾ ਨੇਹੋ, ਕਿਉਂਕਿ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਸ ਜੀਵ ਨੇ ਵਿਸ਼ੇ ਵਿਕਾਰਾਂ ਵੱਲ ਧਿਆਨ ਦਿੱਤਾ ਹੈ, ਬੁਰਾਈਆਂ ਵਿੱਚ ਗਰਸਿਆ ਹੋਇਆ ਹੈ, ਮੰਦੇ ਕਰਮ ਕਰਦਾ ਹੈ, ਅਜਿਹਾ ਮਨੁੱਖ ਜੋ ਹੈ ਉਸ ਦੀ ਸਥਿਤੀ ਇੱਕ ਦੁਹਾਗਣ ਔਰਤ ਵਰਗੀ ਹੈ ਜੋ ਆਪਣੇ ਪਤੀ ਦੇ ਪ੍ਰਤੀ ਸਮਰਪਿਤ ਹੋਣ ਦੀ ਥਾਵੇਂ, ਪਤੀ ਵਰਤਾ ਹੋਣ ਦੀ ਥਾਵੇਂ ਆਪਣੇ ਹਿਰਦੇ ਵਿੱਚ ਕਿਸੇ ਗੈਰ ਨੂੰ ਵਸਾ ਕੇ ਜੋ ਹੈ ਆਪਣੀ ਜ਼ਿੰਦਗੀ ਬਸਰ ਕਰ ਰਹੀ ਹੈ। ਇਸ ਲਈ ਹੇ ਮਨੁੱਖ, ਤੂੰ ਵਕਤ ਰਹਿੰਦਿਆਂ ਸੁਧਰ ਜਾ, ਵਕਤ ਰਹਿੰਦਿਆਂ ਆਪਣੇ ਵਰਤਮਾਨ ਨੂੰ ਸੁਧਾਰ ਲੈ ਤਾਂ ਜੋ ਤੇਰਾ ਭਵਿੱਖ ਸੁਨਹਿਰੀ ਹੋ ਸਕੇ। ਔਰ ਤੇਰਾ ਭਵਿੱਖ ਸੁਨਹਿਰੀ ਕਿਵੇਂ ਹੋਏਗਾ? ਜੇਕਰ ਤੂੰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਮਨੁੱਖਾ ਦੇਹ ਨੂੰ ਪ੍ਰਾਪਤ ਕਰ ਸਕਦਾ, ਤੇਰੇ ਹਿਰਦੇ ਦੇ ਵਿੱਚ ਮਾਨਵਤਾ ਦੇ ਕਲਿਆਣ ਦੇ ਭਾਵ ਪੈਦਾ ਹੋਣਗੇ, ਚੰਗਿਆਈਆਂ ਬਾਰੇ ਸੋਚੇਂਗਾ, ਤਾਂ ਹੀ ਤੇਰਾ ਜਿਹੜਾ ਹੈ ਇਹ ਜੀਵਨ ਸਫਲ ਹੋ ਸਕਦਾ ਹੈ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ, ਗੁਰੂ ਨਾਨਕ ਸਵਰੂਪ ਗੁਰੂ ਅੰਗਦ ਦੇਵ ਜੀ ਨੇ ਆਪਣੇ ਸ਼ਲੋਕਾਂ ਦੇ ਵਿੱਚ, ਆਪਣੇ ਬਾਣੀ ਦੇ ਵਿੱਚ ਜੋ ਹੈ ਮਨੁੱਖ ਮਾਤਰ ਨੂੰ ਚੰਗੇ ਅਮਲ ਕਰਨ ਦੇ ਲਈ, ਚੰਗੇ ਕਰਮ ਕਰਨ ਦੇ ਲਈ ਪ੍ਰੇਰਦਿਆਂ ਹੋਇਆਂ ਮਨੁੱਖ ਨੂੰ ਸੱਚ ਦਾ ਪਾਂਧੀ ਬਣਨ ਦੇ ਲਈ ਸੰਦੇਸ਼ ਪ੍ਰਵਾਹਿਤ ਕੀਤਾ ਹੈ। ਔਰ ਇਹੀ ਕਾਰਨ ਹੈ ਗੁਰਬਾਣੀ ਦੇ ਸਰਵਕਾਲੀ ਹੋਣ ਦਾ, ਕਿਉਂਕਿ ਗੁਰੂ ਸਾਹਿਬਾਨ ਨੇ ਇਸ ਮਨੁੱਖ ਨੂੰ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਚੰਗੇ ਕਿਰਦਾਰ ਦਾ ਭਾਗੀ ਬਣਨ ਦੇ ਲਈ, ਚੰਗੇ ਕਿਰਦਾਰ ਨੂੰ ਜੋ ਹੈ ਪ੍ਰਾਪਤ ਹੋਣ ਦੇ ਲਈ, ਆਪਣਾ ਕਿਰਦਾਰ ਚੰਗਾ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਕਿਉਂਕਿ ਚੰਗੇ ਕਿਰਦਾਰ ਵਾਲਾ ਮਨੁੱਖ ਜੋ ਹੈ ਇਸ ਸਮਾਜ ਦੇ ਵਿੱਚ ਸਫਲ ਹੁੰਦਾ ਹੈ, ਭਲਾ ਆਪਣਾ ਕਰਦਾ ਹੈ, ਪਰ ਸੋਭਾ ਜੋ ਹੈ ਉਹ ਦੁਨੀਆ ਦੀ ਉਸ ਨੂੰ ਪ੍ਰਾਪਤ ਹੁੰਦੀ ਹੈ। ਧੰਨਵਾਦ।